ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਿਆਨੀ ਦਿੱਤ ਸਿੰਘ ਜੀ ਦੀ ਰਚਨਾ ਦੁਰਗਾ ਪ੍ਰਬੋਧ ਭਾਗ 18ਵਾਂ। दोहरा। देवी इष्ट न गुरु का भंत किसे प्रकार, पूजी मानी ना कभी किसी गुरु ने ठहार। दोहरा। देखा चौथा मंत जी गया तहां ते फुट, जिस ते दुर्गा पूजनी गई माल अब टुट। भाव ਗਿਆਨੀ ਗਿਆਨ ਸਿੰਘ ਜੀ ਨੇ ਆਪਣੇ ਪੰਥ ਪ੍ਰਕਾਸ਼ ਵਿੱਚ ਆਪਣੀ ਕਲਮ ਨਾਲ ਦੁਰਗਾ ਪੂਜਨ ਨੂੰ ਆਪ ਖੰਡਨ ਕਰ ਦਿੱਤਾ ਹੈ, ਜਿਸ ਤੇ ਸਾਨੂੰ ਹੋਰ ਕਿਸੇ ਵੀ ਗਵਾਹੀ ਦੀ ਕੋਈ ਲੋੜ ਨਹੀਂ ਹੈ। ਦੂਸਰੀ ਵੇਰ ਗਿਆਨੀ ਜੀ ਲਿਖਦੇ ਹਨ ਕਿ ਗੁਰੂ ਜੀ ਨੂੰ ਨਾ ਦੁਰਗਾ ਪੂਜਨ ਦੀ ਲੋੜ ਸੀ ਔਰ ਨਾ ਉਹਨਾਂ ਨੇ ਪੂਜੀ ਹੀ ਹੈ, ਕਿੰਤੂ ਇੱਕ ਪੰਡਤ ਤੋਂ ਕਿਸੇ ਦੂਜੇ ਪੰਡਤ ਨੇ ਪੁੱਛਿਆ ਕਿ ਅਰਜਨ ਅਤੇ ਭੀਮ ਵਿੱਚ ਜੋ ਇਤਨਾ ਬਲ ਦੱਸਿਆ ਹੈ ਸੋ ਸੱਚ ਬਾਤ ਹੈ ਕਿ ਐਵੇਂ ਕਥਨ ਮਾਤਰ ਹੀ ਹੈ। ਜਿਸ ਨੂੰ ਸੁਣ ਕੇ ਉਸਨੇ ਉੱਤਰ ਦਿੱਤਾ ਕਿ ਉਹਨਾਂ ਨੇ ਜੱਗ ਕਰਕੇ ਦੇਵੀ ਦਾ ਪੂਜਨ ਕੀਤਾ ਸਾ, ਜਿਸ ਪਰ ਉਹ ਪ੍ਰਤੱਖ ਹੋ ਗਈ ਸੀ। ਇਸ ਬਾਤ ਨੂੰ ਸੁਣ ਕੇ ਸਿੱਖ ਭਰਮ ਗਏ ਔਰ ਆਖਣ ਲੱਗੇ ਕਿ ਪੰਡਤ ਜੀ ਅਸੀਂ ਵੀ ਜੇ ਉਸੇ ਤਰ੍ਹਾਂ ਜੱਗ ਕਰਾਈਏ ਤਾਂ ਤੁਸੀਂ ਪ੍ਰਗਟ ਕਰ ਦੇਵੋਗੇ। ਜਦ ਸਿੱਖਾਂ ਨੇ ਕਿਹਾ ਤਦ ਪੰਡਤ ਲੋਭ ਵਿੱਚ ਆ ਗਿਆ ਔਰ ਜਾਣ ਖਲਾ ਕਿ ਸਿੱਖ ਹੁਣ ਮੇਰੇ ਫੰਦੇ ਵਿੱਚ ਆ ਗਏ ਹਨ, ਇਸ ਵਾਸਤੇ ਇਹਨਾਂ ਤੇ ਧਨ ਲੁੱਟਣਾ ਚਾਹੀਏ। ਜਿਸ ਤੇ ਸਿੱਖਾਂ ਨੇ ਗੁਰੂ ਮਹਾਰਾਜ ਪਾਸ ਅਰਜ਼ ਕੀਤੀ, ਜਿਸ ਪਰ ਗੁਰੂ ਜੀ ਫਰਮਾਇਆ ਕਿ ਪੰਡਤ ਜੀ ਜੇ ਤਦੋਂ ਪ੍ਰਗਟ ਹੋਈ ਸੀ ਤਾਂ ਹੁਣ ਵੀ ਕਰ ਦੇਵੋ। ਇਸ ਦਾ ਉੱਤਰ ਉਹਨਾਂ ਨੇ ਇਹੋ ਦਿੱਤਾ ਕਿ ਮਹਾਰਾਜ ਇੱਕ ਯੱਗ ਅਰ ਹਵਨ ਕਰਨਾ ਪਏਗਾ, ਜਿਸ ਦੇ ਬਲ ਨਾਲ ਪ੍ਰਗਟ ਹੋਏਗੀ। ਫਿਰ ਆਪ ਨੇ ਜੋ ਵਰ ਮੰਗਣਾ ਹੋਵੇ ਸੋ ਮੰਗ ਲੈਣਾ। ਗੁਰੂ ਜੀ ਨੇ ਫਰਮਾਇਆ ਕਿ ਸਾਨੂੰ ਅਕਾਲ ਪੁਰਖ ਤੋਂ ਬਿਨਾਂ ਹੋਰ ਕਿਸੇ ਤੇ ਵਰ ਮੰਗਣ ਦੀ ਕੋਈ ਇੱਛਾ ਨਹੀਂ ਹੈ, ਜਿਸ ਤੇ ਅਸੀਂ ਉਹਨਾਂ ਦਾ ਪੂਜਨ ਨਹੀਂ ਕਰਾਂਗੇ। ਪਰ ਜਗ ਹੋਮ ਤਾਂ ਛਤਰੀਆਂ ਦਾ ਧਰਮ ਹੈ, ਕਿਉਂਕਿ ਇਸ ਤੇ ਬਰਖਾ ਬਰਸਦੀ ਹੈ, ਬਿਮਾਰੀ ਜਾਂਦੀ ਰਹਿੰਦੀ ਹੈ, ਪੌਣ ਸ਼ੁੱਧ ਹੋ ਜਾਂਦੀ ਹੈ, ਕਾਲ ਨਿਕਲ ਜਾਂਦਾ ਹੈ, ਸ਼ੂਰਬੀਰ ਪੁਰਖ ਧਰਤੀ ਪਰ ਪੈਦਾ ਹੁੰਦੇ ਹਨ ਅਤੇ ਤੇਜ ਪ੍ਰਤਾਪ ਵੱਧਦਾ ਹੈ। ਇਤਨੇ ਗੁਣਿਆਂ ਵਾਲਾ ਹੋਣ ਦੇ ਕਾਰਨ ਜਗ ਅਰ ਹੋਮ ਅਸੀਂ ਕਰਾਂਗੇ। ਤਦ ਪਹਿਲੇ ਸਤਦਰਵ ਦੇ ਕਿਨਾਰੇ ਗੁਰੂ ਦੇ ਬਾਗ ਵਿੱਚ 4 ਮਹੀਨੇ ਹਵਨ ਹੋਇਆ। ਫਿਰ ਬਰਖਾ ਰੁੱਤ ਵਿੱਚ ਨੈਣਾ ਦੇਵੀ ਦੇ ਪਹਾੜ ਪਰ ਚਲੇ ਗਏ। ਪਰੰਤੂ ਜਦ ਉਹ ਪ੍ਰਗਟ ਕਰਨ ਦੇ ਇਕਰਾਰ ਦਾ ਸਮਾਂ ਆਇਆ ਤਦ ਗੁਰੂ ਜੀ ਨੇ ਪੰਡਤ ਨੂੰ ਪੁੱਛਿਆ ਕਿ ਦੱਸੋ ਹੁਣ ਤੁਹਾਡੀ ਦੇਵੀ ਕਿਉਂ ਨਾ ਪ੍ਰਗਟੀ। ਜਿਸ ਨੂੰ ਸੁਣ ਕੇ ਪੰਡਤ ਨੇ ਆਖਿਆ ਕਿ ਮਹਾਰਾਜ ਕਿਸੇ ਪਵਿੱਤਰ ਪੁਰਖ ਦਾ ਸੀਸ ਭੇਟਾ ਦਈਏ ਤਾਂ ਪ੍ਰਗਟੇਗੀ। ਇਸ ਵਾਰ ਗੁਰੂ ਜੀ ਨੇ ਤੇਗ ਖਿੱਚ ਕੇ ਕਿਹਾ ਕਿ ਆਪ ਦੇ ਪਵਿੱਤਰ ਹੋਰ ਕੌਣ ਹੋ ਹੈ, ਪਹਿਲੇ ਤੇਰਾ ਹੀ ਸੀਸ ਦਿੰਦੇ ਹਾਂ। ਇਸ ਵਚਨ ਨੂੰ ਸੁਣ ਕੇ ਬ੍ਰਾਹਮਣ ਡਰਦਾ ਸੁਚੇਤੇ ਦਾ ਪੱਜ ਕਰਕੇ ਨੱਸ ਗਿਆ, ਜਿਸ ਨੂੰ ਦੇਖ ਕੇ ਹੋਰ ਪੰਡਤ ਵੀ ਚਲੇ ਗਏ। ਜਦ ਗੁਰੂ ਜੀ ਨੇ ਸਭ ਪਖੰਡ ਦੇਖ ਲੀਤਾ ਤਦ ਅਕਾਲ ਪੁਰਖ ਦਾ ਧਿਆਨ ਕੀਤਾ ਔਰ ਉਸ ਵੇਲੇ ਆਕਾਸ਼ ਵਿੱਚ ਪ੍ਰਕਾਸ਼ ਹੋ ਗਿਆ ਅਤੇ ਆਕਾਸ਼ ਬਾਣੀ ਹੋਈ ਕਿ ਤੇਰਾ ਪੰਥ ਚੱਲੇਗਾ। ਜਿਸ ਨੂੰ ਸੁਣ ਕੇ ਗੁਰੂ ਜੀ ਨੇ ਸਾਰੀ ਸਮੱਗਰੀ ਹਵਨ ਕੁੰਡ ਵਿੱਚ ਡੇਗ ਦਿੱਤੀ ਔਰ ਵੱਡੀ ਭਾਰੀ ਲਾੜ ਨਿਕਲੀ। ਤਦ ਲੋਕਾਂ ਨੇ ਜਾਣਿਆ ਕਿ ਦੇਵੀ ਪ੍ਰਗਟ ਹੋਈ ਹੈ। ਇਤਨੇ ਵਿੱਚ ਗੁਰੂ ਜੀ ਨੰਗੀ ਤਲਵਾਰ ਹੱਥ ਵਿੱਚ ਲੈ ਕੇ ਉਤਰੇ ਔਰ ਲੋਕਾਂ ਨੇ ਪੁੱਛਿਆ ਕਿ ਮਹਾਰਾਜ ਦੇਵੀ ਪ੍ਰਗਟੀ। ਜਿਸ ਪਰ ਗੁਰੂ ਜੀ ਤਲਵਾਰ ਵੱਲ ਇਸ਼ਾਰਾ ਕਰ ਦੇਣ ਤੇ ਲੋਕਾਂ ਨੇ ਜਾਤਾ ਕਿ ਇਹ ਤੇਗ ਦੇਵੀ ਨੇ ਦਿੱਤੀ ਹੈ। ਪਰੰਤੂ ਗੁਰੂ ਜੀ ਦਾ ਇਸ ਦੇ ਕਥਨ ਤੇ ਇਹ ਭਾਵ ਸਾ ਕਿ ਇਹ ਤੇਗ ਹੀ ਦੇਵੀ ਹੈ, ਜਿਸ ਤੇ ਹੋਰ ਕੋਈ ਦੇਵੀ ਨਹੀਂ ਹੈ। ਦੋਹਰਾ। ਇਸ ਤੇ ਹੋਇਆ ਸਿੱਧੇ ਨ ਪੂਜੀ ਗੁਰ ਚੰਡ, ਇਹ ਸਭ ਝੂਠਾ ਥਾ ਕਰਾ ਵਿਪਨ ਵੱਡਾ ਘਮੰਡ। ਦੇਖਿਆ ਤੇਰੇ ਸਾਹਮਣੇ ਕਹੇ ਗਿਆਨੀ ਆਪ, ਗੁਰਦਾ ਦੁਰਗਾ ਪੂਜਣਾ ਹੈ ਕਵੀਆਂ ਦਾ ਪਾਪ। ਫਿਰ ਹੁਣ ਦੱਸ ਪਿਆਰਿਆ ਕਿਹੜੀ ਸੀ ਇਹ ਗੱਲ, ਮਾਰੀ ਵਿੱਚ ਗਿਆਨ ਦੇ ਕਵੀ ਵੱਡੀ ਜਟਲ।
ਦੋਹਰਾ ਭਾਵੇਂ ਖੰਡਨ ਹੈ ਕਰਾ ਆਪਣੀ ਮਤ ਅਨੁਸਾਰ, ਪਰ ਇਸ ਵਿੱਚ ਵੀ ਸਾਧ ਨੇ ਕੀਤੀ ਨਹੀਂ ਵਿਚਾਰ। ਸੋ ਮੈਂ ਦੱਸਾਂ ਤੁਧ ਨੂੰ ਜੇ ਕੁਛ ਰਹਿ ਗਈ ਭੁੱਲ, ਦੇਖਿਆ ਜਦੋਂ ਵਿਚਾਰ ਕੇ ਕਿਹਾ ਖਿੜੇਗਾ ਗੁੱਲ। ਦਵਈਆ ਪਹਿਲੇ ਤਾਂ ਸਿੱਖਾਂ ਦਾ ਸੁਣ ਕੇ ਜਗ ਹਵਨ ਖੁਸ਼ ਹੋਣਾ, ਦੇਵੀ ਪ੍ਰਗਟ ਕਰਨੇ ਖਾਤਰ ਚਾਹਿਆ ਸੀ ਧਨ ਖੋਨਾ। ਇਸ ਤੇ ਸਾਬਤ ਹੁੰਦਾ ਹੈ ਜੋ ਸਿੰਘ ਨਹੀਂ ਸੇ ਧਰਮੀ, ਸੇ ਉਪਾਸ ਗੁਰੂ ਦੇ ਰਹਿੰਦੇ ਅਗਿਆਨੀ ਜਨ ਭਰਮੀ। ਦੂਜਾ ਬ੍ਰਾਹਮਣ ਦਾ ਖੁਸ਼ ਹੋਣਾ ਸਿੱਖਾਂ ਨੂੰ ਪੁਚਲਾ ਕੇ, ਆਪਣਾ ਚਾਹੇ ਪੇਟ ਪਾਲਣਾ ਬੁੱਧੂ ਸਾਥ ਫਸਾ ਕੇ। ਫਿਰ ਸਿੱਖਾਂ ਦਾ ਗੁਰਟਿਕ ਜਾ ਕੇ ਇਹੋ ਹਾਲ ਸੁਣਾਣਾ, ਜਿਸ ਪਰ ਗੁਰ ਨੇ ਤਿਸ ਪੰਡਤ ਕੋ ਆਪਣੇ ਪਾਸ ਬੁਲਾਨਾ। ਹੈ ਬਾਤ ਬਨਾਵਟ ਦਿਸਦੀ ਜੋ ਮਨ ਮੈਂ ਨਾ ਆਵੇ, ਗੰਢ ਤੁਪ ਕਰ ਲਾਲ ਅਕਲ ਦੇ ਨਾਲ ਅਕਲ ਦੇ ਲੋਕਾਂ ਨੂੰ ਪਰਚਾਵੇ। ਫਿਰ ਗੁਰ ਜੀ ਇਹ ਬਚਨ ਉਚਾਰਿਆ, ਵਰ ਸ਼ਰਾਬ ਹੈ ਜੋਈ, ਅਰ ਦੇਵੀ ਦਾ ਪ੍ਰਗਟ ਕਰਨਾ ਸਾਨੂੰ ਲੋੜ ਨਾ ਕੋਈ। ਸਾਨੂੰ ਛੁੱਟ ਅਕਾਲ ਪੁਰਖ ਤੇ ਹੋਰ ਨਾ ਮੰਨਣ ਜੋਗਾ, ਦੇਵ ਦੇਵਤਿਆਂ ਪਰ ਨਿਸ਼ਚਾ ਤੇਰਾ ਵਿਪਰ ਹੋਗਾ। ਤਾਂ ਤੇ ਦੇਵੀ ਅਸੀਂ ਨਾ ਮੰਨੇ, ਜਗ ਹੋਮ ਕਰਵਾਵੇਂ, ਜਿਸ ਦੇ ਕਾਲ ਬਿਮਾਰੀ ਸਾਰੀ ਭਾਰਤ ਤੇ ਨਸ ਜਾਵੇ। ਤੀਸਰ ਬਰਖਾ ਧਾਰ ਪਰ ਵਰਸੇ, ਚੌਥਾ ਹੋ ਯਸ਼ ਭਾਈ, ਪੰਚਮ ਪੌਣ ਹਵਨ ਕੀ ਲਾਗੇ ਆਵੇ ਸੂਰ ਮਤਾਈ। ਜਿਸ ਤੇ ਬੱਚੇ ਪੈਦਾ ਹੋਵਣ ਵੱਡੇ ਬਹਾਦਰ ਸੂਰੇ, ਅੱਜ ਕੱਲ ਜੋ ਤੁਰਕੀ ਭੈ ਤੇ ਹਨ ਹੋ ਰਹੇ ਅਧੂਰੇ। ਹਵਨ ਕਰਨ ਤੇ ਕਾਇਰ ਪ੍ਰਾਣੀ ਸ਼ੇਰ ਭੇਡੀਏ ਹੋਵਨ, ਸੂਰ ਬੀਰਤਾ ਉਨਮੈ ਉਪਜੇ ਭਰਮ ਆਪਣਾ ਖੋਵਨ। ਪੌਣ ਸ਼ੁੱਧ ਹੋ ਜਾਸੀ ਸਾਰੀ, ਐਸਾ ਮੰਤ ਪਕਾਇਆ, ਆਖੇ ਗਿਆਨੀ ਪੰਡਤ ਨੂੰ ਗੁਰ ਇਹੋ ਲਾਭ ਬਤਾਇਆ। ਪਰ ਇਹ ਹੈ ਇੱਕ ਖਿਆਲ ਜੋ ਪਖੰਡੀ ਕਹਿੰਦੇ, ਬੁੱਧਨ ਇਸ ਜਾਲ ਵਿੱਚ ਨੈ ਹਨ ਦਾਬੂ ਰਹਿੰਦੇ। ਹਵਨ ਕਰਨ ਤੇ ਹੋ ਸੁਕਾਲ, ਜੇ ਸਾਰੇ ਧੂਪ ਤੁਖਾਉਣ, ਸਾੜ ਘਿਓ ਅਰ ਚੰਦਨ ਤਿਲ ਜੋ ਬੱਦਲ ਚਾਵਰ ਸਾਉਣ। ਅਰ ਜੇ ਹਵਨ ਬਿਮਾਰੀ ਖੋਵੇ ਤਾਂ ਕਿਉਂ ਵੈਦ ਬੁਲਾਵੇ, ਵਿੱਚ ਅੰਗੀਠੇ ਅੱਗ ਜਗਾ ਕੇ ਖੂਬ ਆਹੂਤੀ ਪਾਵੇ। ਕੌੜੀ ਅਤੇ ਕਸੈਲੀ ਦਾਰੂ ਪੀਣੇ ਤੇ ਬਚ ਜਾਊ, ਸਵਾਹਾ ਸਵਾਹਾ ਕਰਕੇ ਆਪਣਾ ਸਾਰਾ ਰੋਗ ਗਵਾਊ। ਔਸ਼ਧ ਆਲੇ ਹਸਪਤਾਲੀ ਮੂਲ ਨ ਕੋਈ ਜਾਵੇ, ਸ਼ੇਰ ਘਿਓ ਨੂੰ ਜਾਲ ਹਵਨ ਕਰ ਘਰ ਬੈਠਾ ਸੁਖ ਪਾਵੇ। ਇਸੇ ਤਰ੍ਹਾਂ ਜੇ ਸੂਰ ਬੀਰਤਾ ਹਵਨ ਕਰੇ ਤੇ ਹੋਏ, ਤਾਂ ਨਿਰਬਲ ਨਿਤ ਦਏ ਆਹੂਤੀ ਰੁਸਤਮ ਪਲ ਮੈਂ ਹੋਏ। ਇਹ ਵੀ ਗੱਲ ਖਿਆਲੀ ਸਾਰੀ ਜੋ ਬਾਬਾ ਜੀ ਗਾਈ, ਹਵਨ ਕਰਨ ਤੇ ਸੂਰ ਮਤਾਈ ਮਾਨਸ ਅੰਦਰ ਆਈ। ਰੁਸਤਮ ਅਰੀ ਬਹਾਦਰ ਭਾਰੇ, ਅਰਜੋ ਬੂਨਾ ਪਾਰੂ, ਕਦੋਂ ਲਿਆ ਸੀ ਬਲ ਇਨ ਲੋਕਾਂ ਸਿੱਖ ਹਵਨ ਦਾ ਯਾਰੂ। ਓੜਕ ਨੂੰ ਜਦ ਹਵਨ ਕਰਦਿਆਂ ਆਖੇ ਕੁਝ ਨਾ ਹੋਇਆ, ਜਿਸ ਪਰ ਪੰਡਤ ਭੱਜ ਲਾਏ ਕੇ ਉਥੋਂ ਉੱਠ ਖਲੋਇਆ। ਜਿਸ ਪਰ ਗੁਰਜੀ ਕੱਲੇ ਰਹਿ ਗਏ ਹੋਰ ਨਾ ਕੋਈ ਪਾਸਾ, ਤਦ ਆਕਾਸ਼ ਦੇ ਵਿੱਚ ਭਿਆ ਸੀ ਅਦਭੁਤ ਸਾ ਪ੍ਰਕਾਸ਼ਾ। ਅਰ ਆਕਾਸ਼ ਤੇ ਬਾਣੀ ਹੋਈ ਪੰਥ ਚਲੇ ਗੋ ਭਾਰਾ, ਜਿਸ ਤੂੰ ਸੁਣ ਕੇ ਸਗਲ ਸਮਗਰੀ ਹਵਨ ਕੁੰਡ ਮੈਂ ਡਾਰਾ। ਜਿਸ ਪਰ ਭਾਂਬੜ ਮਚ ਗਿਆ ਸਾ ਲੋਕਾਂ ਦੇਖ ਠਰਾਈ, ਇਹੋ ਪ੍ਰਗਟ ਹੋਈ ਹੈ ਜੋ ਲਾਟਾਂ ਵਾਲੀ ਮਾਈ। ਲੈ ਕੇ ਤੇਗ ਚਮਕਦੀ ਕਰ ਮੈਂ ਗੁਰ ਜੀ ਧਾਮ ਸਿਧਾਏ, ਜੇ ਕੋ ਪੁੱਛੈ ਤਦ ਗੁਰ ਸੈਨਤ ਤੇਗ ਉਰ ਕਰਵਾਏ। ਇਹ ਜੋ ਗਿਆਨੀ ਜੀ ਨੇ ਕੀਤਾ ਖੰਡਨ ਦੇਵੀ ਕੇਰਾ, ਇਸ ਮੈਂ ਵੀ ਇੱਕ ਛੱਡ ਗਏ ਹਨ ਸਭ ਤੇ ਦੋਖ ਵਧੇਰਾ। ਵਿੱਚ ਆਕਾਸ਼ ਪ੍ਰਕਾਸ਼ ਭਿਆ ਜੋ ਅਰਸੀ ਬਾਣੀ ਹੋਈ, ਉਸ ਦੇ ਕਰਨੇ ਵਾਲਾ ਵੀ ਤਾਂ ਪ੍ਰਗਟ ਹੋਇਆ ਕੋਈ। ਜੇ ਇਸ ਪਰ ਫਿਰ ਆਖੇ ਕੋਈ ਉਹ ਦੇਵੀ ਹੈਸੀ, ਉਲਟਾ ਝਗੜਾ ਗਿਆਨੀ ਜੀ ਦੇ ਆ ਕੇ ਗਲ ਮੈਂ ਪੈਸੀ। ਤਾਂ ਤੇ ਇਹ ਬਨਾਵਟ ਸਾਰੀ ਪਿੱਛੇ ਹੈ ਰਹਿ ਜਾਂਦੀ, ਪੂਰਬ ਅਪਾਰ ਵਿਰੋਧ ਦੇਖ ਕੇ ਮੂਲ ਨਾ ਮਨ ਨੂੰ ਭਾਂਦੀ। ਜਦ ਗੁਰ ਆਖਿਆ ਵਰ ਸ਼ਰਾਬ ਦੀ ਸਾਨੂੰ ਲੋੜ ਨਾ ਕੋਈ,
ਤਾਂ ਫਿਰ ਪੰਥ ਸਾਜਨੇ ਵਾਲੀ ਕਿਉਂ ਸੀ ਆਗਿਆ ਹੋਈ। ਪਵਨ ਸ਼ੁੱਧ ਅਰਹਤਨ ਬਿਮਾਰੀ ਕਾਰਨ ਹਵਨ ਕਰਾਇਆ। ਪੰਥ ਸਾਜਨੇ ਦਾ ਗੁਰ ਤਾਈ ਰੰਚਕ ਖਿਆਲ ਨ ਆਇਆ। ਫਿਰੇ ਨਿੰਮ ਰੁੱਖ ਦੇ ਬੀਜੇ ਅੰਬ ਕਥਾ ਹੋ ਲੱਗੇ। ਜਿਸ ਦੀ ਬਾਬਤ ਕਥਨ ਨਾ ਹੋਇਆ ਸਿੱਖਾਂ ਦਾ ਗੁਰ ਅੱਗੇ। ਤਾਂ ਤੇ ਗਿਆਨੀ ਇਸ ਜਗ੍ਹਾ ਪਰ ਭੁੱਲ ਗਏ ਹਨ ਭਾਰੇ। ਕੰਟਕ ਘਾਟ ਨਿਆਏ ਵਾਂਗ ਫਿਰ ਜਾਏ ਫਸੇ ਤਿਸ ਗਾਰੇ। ਜਿਸ ਤੇ ਨਿਕਲਣ ਕਾਰਨ ਕੀਤਾ ਮੁੜ ਕੇ ਯਤਨ ਅਜਿਹਾ। ਸੋਈ ਫੇਰ ਪੁਆੜਾ ਮੁੜ ਕੇ ਉੱਥੇ ਸੋਈ ਫੇਰ ਪੁਆੜਾ ਮੁੜ ਕੇ ਓਡੇ ਕੇਡਾ ਰਿਹਾ। ਭਾਵੇਂ ਗਿਆਨੀ ਜੀ ਨੇ ਗੁਰੂ ਜੀ ਦੇ ਦੇਵੀ ਪ੍ਰਗਟ ਕਰਨ ਨੂੰ ਝੂਠਾ ਤਾਂ ਜਾਣ ਦਿੱਤਾ ਹੈ, ਔਰ ਇਸ ਭਰਮ ਤੇ ਦੂਰ ਕਰਨ ਲਈ ਦੂਸਰੀ ਵੇਰ ਪੰਥ ਪ੍ਰਕਾਸ਼ ਵਿੱਚ ਇਹ ਪ੍ਰਸੰਗ ਲਿਖ ਵੀ ਦਿੱਤਾ, ਪਰੰਤੂ ਫਿਰ ਵੀ ਅਜੇ ਘਾਟ ਕੰਟਕ ਨਿਆਏ ਦੀ ਤਰ੍ਹਾਂ ਉਹ ਉਪਾਧੀ ਅੰਤ ਨੂੰ ਗਲ ਵਿੱਚ ਆ ਪਈ। ਜਿਸ ਤਰ੍ਹਾਂ ਕੋਈ ਪੁਰਖ ਜੁਗਾਤ ਦੇਣ ਤੇ ਡਰਦਾ ਅਜਿਹੇ ਰਸਤੇ ਪੈ ਜਾਵੇ ਜਿੱਥੇ ਜਾਣੇ ਕਿ ਮੈਂ ਜੁਗਾਤ ਭੰਨ ਜਾਊਂਗਾ, ਪਰੰਤੂ ਦੇਵ ਨੇਤ ਨਾਲ ਫਿਰ ਜਿਸ ਤੋਂ ਡਰਦਾ ਉਜੜ ਪਿਆ ਸਾਂ, ਮੁੜ ਕੇ ਉਸੇ ਮਸੂਲ ਖਾਨੇ ਪਾਸ ਆ ਕੇ ਮਸੂਲ ਭਰ ਦੇਵੇ, ਤਾਂ ਉਸ ਨੂੰ ਸਵਾਏ ਪੈਂਡਾ ਜ਼ਿਆਦਾ ਕਰਨ ਤੇ ਹੋਰ ਲਾਭ ਕੁਝ ਵੀ ਨਹੀਂ ਹੁੰਦਾ। ਇਸੇ ਤਰ੍ਹਾਂ ਗਿਆਨੀ ਜੀ ਨੇ ਵੀ ਇਸ ਖਿਆਲ ਨੂੰ ਦੂਰ ਕਰਨ ਵਾਸਤੇ ਜਾਂ ਦੂਰ ਕਰਨ ਵਾਸਤੇ ਕਿ ਗੁਰੂ ਜੀ ਨੇ ਹਵਨ ਕਰਕੇ ਦੇਵੀ ਪ੍ਰਗਟ ਕੀਤੀ ਸੀ, ਭਾਵੇਂ ਪੰਥ ਪ੍ਰਕਾਸ਼ ਵਿੱਚ ਪ੍ਰਸੰਗ ਨੂੰ ਬਦਲਿਆ ਹੈ, ਪਰੰਤੂ ਦੇਵ ਨੇਤ ਨਾਲ ਉੱਥੇ ਵੀ ਕਿਸੇ ਵਸਤੂ ਦਾ ਪ੍ਰਕਾਸ਼ ਹੋਣਾ ਔਰ ਆਕਾਸ਼ ਤੇ ਪੰਥ ਸਾਜਣ ਦਾ ਸ਼ਬਦ ਸੁਣਨਾ ਆਖ ਬੈਠੇ ਹਨ। ਜਿਸ ਤੇ ਓੜਕ ਨੂੰ ਉਹ ਬਾਤ ਮੰਨਣੀ ਪਈ, ਕਿਉਂਕਿ 60 ਜਾਂ 3 ਵੀਹਾਂ ਆਖਣ ਤੇ ਕੇਵਲ ਲਫ਼ਜ਼ਾਂ ਦਾ ਹੀ ਫਰਕ ਹੈ, ਅਸਲੀ ਤਾਤਪਰਜ ਇੱਕੋ ਹੈ। ਇਸੇ ਤਰ੍ਹਾਂ ਗਲ ਵਿੱਚ ਲਾਲਾਂ ਦੀ ਮਾਲਾ ਔਰ ਹੱਥ ਵਿੱਚ ਸੱਪ ਲੈ ਕੇ ਪੰਥ ਸਾਜਣਾ ਨਾ ਮੰਨ ਕੇ ਐਵੇਂ ਆਕਾਸ਼ਵਾਣੀ ਨਾਲ ਆਖ ਦੇਣ ਦਾ ਭਾਵ ਹੀ ਉਹ ਹੈ ਜੋ ਠੀਕ ਨਹੀਂ ਹੈ। ਇਹੋ ਖਿਆਲ ਯਹੂਦੀਆਂ ਦਾ ਵੀ ਹੁੰਦਾ ਸਾ, ਜਿਸ ਤੇ ਬਾਈਬਲ ਵਿੱਚ ਲਿਖਿਆ ਹੈ ਕਿ ਖੁਦਾ ਬੱਦਲਾਂ ਵਿੱਚ ਬੈਠ ਕੇ ਗੱਲਾਂ ਕਰਦਾ ਹੁੰਦਾ ਸਾ। ਸੋ ਇਹ ਵਹਿਮੀ ਖਿਆਲ ਹਨ, ਕੋਈ ਸ਼ਰਧਾ ਦੇ ਯੋਗ ਨਹੀਂ ਹਨ। ਇਸ ਦੇ ਅੱਗੇ ਜਦ ਗੁਰੂ ਜੀ ਨੇ ਹਵਨ ਵੀ ਗਿਆਨੀ ਜੀ ਦੇ ਕਥਨ ਅਨੁਸਾਰ ਕਿਸੇ ਵਰ ਸ਼ਰਾਬ ਦੇ ਵਾਸਤੇ ਨਹੀਂ ਕਰਵਾਇਆ ਸਾ, ਕਿੰਤੂ ਕੇਵਲ ਵਾਯੂ ਦੀ ਸ਼ੁੱਧੀ ਔਰ ਬਿਮਾਰੀ ਦੇ ਨਾਸ਼ ਹਿਤ ਸਮਝ ਕੇ ਆਗਿਆ ਦਿੱਤੀ ਸੀ, ਤਾਂ ਫਿਰ ਉਸ ਦਾ ਫਲ ਆਕਾਸ਼ ਵਿੱਚ ਪ੍ਰਕਾਸ਼ ਔਰ ਬਾਣੀ ਹੋਣ ਦਾ ਕਿਆ ਪ੍ਰਯੋਜਨ ਸੀ। ਇਸ ਤੇ ਸਾਫ਼ ਸਿੱਧ ਹੁੰਦਾ ਹੈ ਕਿ ਗਿਆਨੀ ਜੀ ਨੂੰ ਆਪਣੇ ਪ੍ਰਸੰਗ ਵਿੱਚ ਪੂਰਬ ਵਪਾਰ ਵਿਰੋਧ ਦਾ ਖਿਆਲ ਨਹੀਂ ਆਇਆ। ਜੇ ਆ ਜਾਂਦਾ ਤਾਂ ਅਜਿਹੀ ਯੁਕਤ ਉਕਤ ਵਿਰੁੱਧ ਪ੍ਰਸੰਗ ਕਦੇ ਨਾ ਲਿਖਦੇ। ਅਭਿਆਸ ਤੇ ਉਦਮ ਕਰਨੇ ਪਰ ਹੁਣ ਵੀ ਹੋ ਸਕਦੀ ਹੈ ਤੇਗ ਜੈਸੀ ਤੇਜ ਵਾਲੀ ਹੋਰ ਕੋਈ ਬਲਵਾਨ ਦੇਵੀ ਨਹੀਂ। ਐਸੇ ਦੇ ਬਰ ਪ੍ਰਸ਼ਾਦ ਨਾਲ ਮਹਾਰਾਜ ਰਾਮ ਕ੍ਰਿਸ਼ਨ ਆਦਿਕਾਂ ਨੇ ਰਾਵਣ ਕੰਸਾਦਿਕਾਂ ਨੂੰ ਮਾਰ ਕੇ ਧਰਮ ਦੀ ਰੱਖਿਆ ਕੀਤੀ। ਐਸੇ ਤੇਗ ਦੇਵੀ ਦੇ ਬਲ ਪ੍ਰਤਾਪ ਨਾਲ ਪਾਂਡਵਾਂ ਨੇ ਕੌਰਵਾਂ ਨੂੰ ਫਤਿਹ ਕੀਤਾ, ਤੇ ਇਸੇ ਦੀ ਕਿਰਪਾ ਨਾਲ ਮੁਸਲਮਾਨ ਰਾਏ ਪਥੋਰੇ ਚੌਹਾਨ ਰਾਜਪੂਤ ਪਾਸੋਂ ਹਿੰਦੁਸਤਾਨ ਛੀਨ ਕੇ ਬਾਦਸ਼ਾਹ ਬਣ ਬੈਠੇ ਹਨ। ਹੁਣ ਸਿੱਖ ਵੀ ਜੇਕਰ ਇਸੇ ਸ਼ਸਤਰ ਵਿਦਿਆ ਦੇਵੀ ਨੂੰ ਪ੍ਰਸਿੱਧ ਕਰ ਲੈਣ ਤਾਂ ਇਹ ਵੀ ਬਹਾਦਰ ਤੇ ਸ਼ੂਰਬੀਰ ਜਗਤ ਵਿੱਚ ਮਸ਼ਹੂਰ ਹੋ ਜਾਣਗੇ। ਹੋਰ ਜੋ ਕੁਝ ਪਿਛਲੇ ਲੋਕਾਂ ਦੀਆਂ ਵਡਿਆਈਆਂ ਪੋਥੀਆਂ ਵਿੱਚ ਲਿਖੀਆਂ ਹਨ, ਸੋ ਸਭ ਅਰਥਵਾਦ ਹੈ। ਇਸ ਪ੍ਰਸੰਗ ਉੱਤੇ ਜਦ ਪੰਡਤਾਂ ਨੇ ਬਹੁਤ ਹੱਠ ਕਰਕੇ ਆਖਿਆ ਕਿ ਅਸੀਂ ਹੁਣ ਵੀ ਦੇਵੀ ਨੂੰ ਪ੍ਰਗਟ ਕਰ ਦਿਖਾ ਸਕਦੇ ਹਾਂ ਜੇ ਕੋਈ ਦੌਲਤ ਖਰਚੇ, ਗੁਰੂ ਜੀ ਬੋਲੇ ਕਿਤਨੀ ਦੌਲਤ ਚਾਹੀਏ। ਉਹਨਾਂ ਨੇ 1.25 ਲੱਖ ਰੁਪਈਆ ਮੰਗਵਾਇਆ। ਗੁਰੂ ਜੀ ਨੇ ਇਸ ਖਿਆਲ ਨਾਲ ਮਨਜ਼ੂਰ ਕਰ ਲੀਤਾ ਕਿ ਜੱਗ ਤੇ ਹੋਮ ਪਿੱਛੇ ਵੀ ਧਰਮਾਤਮਾ 36 ਕਰਦੇ ਰਹੇ ਹਨ, ਸੋ ਹੁਣ ਵੀ ਕਰਨਾ ਚਾਹੀਏ।
ਜੇ ਦੇਵੀ ਨਾ ਪ੍ਰਗਟ ਹੋਊ ਤਾਂ ਉਹ ਫਾਇਦੇ ਤਾਂ ਜ਼ਰੂਰ ਹੋਣਗੇ। ਜੋ ਬਰਖਾ ਹੋਣੀ, ਪੰਨ ਦੀ ਸ਼ੁੱਧੀ, ਨਿਰੋਗਤਾ, ਹਰ ਪ੍ਰਕਾਰ ਦੀ ਵਿਦਿਆ, ਧਨ ਕੀਰਤੀ, ਸੂਰਬੀਰਤਾ, ਪ੍ਰਭੂਤਾ, ਵਿਜਯੋ, ਗਿਆਨ, ਸੁਖ, ਅਭੈਤਾ, ਸੰਪਤੀ, ਮਾਨ, ਸੁਕਾਲ, ਕਾਮਨ, ਪੂਰਨਤਾ, ਪ੍ਰਤਾਪ, ਸੰਯਮ, ਧਰਮ, ਧੀਰਜਤਾ ਆਦਿਕ 92 ਗੁਣ ਪਰਜ ਨੂੰ ਤੇ ਯੱਗ ਹੋਮ ਕਰਵਾਉਣ ਵਾਲੇ ਨੂੰ ਪ੍ਰਾਪਤ ਹੋਣੇ। ਵੇਦ ਵਿੱਚ ਲਿਖੇ ਹਨ। ਇਹੋ ਜਿਹਾ ਵਿਚਾਰ ਕਿ ਗੁਰੂ ਸਾਹਿਬ ਨੇ ਜੱਗ ਲਈ ਹੋਮ ਕਰਨੇ ਦੀ ਆਗਿਆ ਬ੍ਰਾਹਮਣਾਂ ਨੂੰ ਦੇ ਦਿੱਤੀ। ਉਹਨਾਂ ਨੇ ਦੇਸ਼ ਵਿਦੇਸ਼ਾਂ ਦੇ ਨਾਮੀ ਬ੍ਰਾਹਮਣ ਪੜ੍ਹੇ ਹੋਏ ਸਦਵਾ ਲੀਤੇ। ਗੁਰੂ ਸਾਹਿਬ ਨੇ ਉਹਨਾਂ ਦੀ ਪ੍ਰੀਖਿਆ ਵਾਸਤੇ ਹੁਕਮ ਦਿੱਤਾ। ਜੋ ਕੋਈ ਸਮਾਂਸ ਭੋਜਨ ਛਕੇਗਾ ਉਸ ਨੂੰ ਹਰ ਰੋਜ਼ ਇੱਕ ਮੁਹਰ ਤੇ ਨਿਰਮਾਂਸ ਪ੍ਰਸ਼ਾਦ ਛਕਣ ਵਾਲਿਆਂ ਨੂੰ 1 ਰੁਪਈਆ ਦਖਣਾ ਮਿਲੇਗੀ। 10 ਕੁ ਦਿਨਾਂ ਵਿੱਚ ਥੋੜੇ ਹੀ ਨਿਰਮਾਂਸ ਭਾਵ ਸ਼ਾਕਾਹਾਰੀ ਆਹਾਰੀ ਰਹਿ ਗਏ। ਗੁਰੂ ਜੀ ਨੇ ਉਹਨਾਂ ਨੂੰ 25 ਮੁਹਰਾਂ ਦੇ ਕੇ ਟਿਕਾ ਲੀਤਾ। ਬਾਕੀ ਦੇ ਮਾਸਾਹਾਰੀਆਂ ਨੂੰ 5 ਰੁਪਏ ਖਰਚ ਦੇ ਹੱਕ ਦਿੱਤਾ। ਇਸ ਯੱਗ ਸੰਮਤ 1753 ਨੂੰ ਫਾਗਣ ਵਿੱਚ ਸਮਾਪਤ ਕਰਾ ਕੇ ਭਾਈ ਗੁਰਬਖਸ਼ ਰਾਏ, ਸਾਹਿਬ ਚੰਦ, ਲਾਲ ਚੰਦ, ਦੀਪ ਚੰਦ, ਕਿਰਪਾਲ ਚੰਦ ਆਦਿਕ ਆਪਣੇ ਮਸਾਹਿਬਾਂ ਤੋਂ ਸਭ ਸਮੱਗਰੀ ਹੋਮ ਦੀ ਨੈਣਾ ਦੇਵੀ ਦੇ ਟਿੱਲੇ ਪਰ ਜਮ੍ਹਾਂ ਕਰ ਦਿੱਤੀ, ਜੋ ਦਿੱਲੀ ਤੋਂ ਮੰਗਵਾਈ ਗਈ ਸੀ। ਸੰਮਤ 1754 ਬਿਕਰਮੀ 1 ਚੇਤਰ ਨੂੰ ਕਾਲੀਦਾਸ, ਕੇਸ਼ੋਦਾਸ, ਬਿਸੰਬਰਦਾਸ ਆਦਿਕ ਪੰਡਤਾਂ ਨੇ ਹੋਮ ਕਰਨਾ ਸ਼ੁਰੂ ਕਰ ਦਿੱਤਾ। ਜਦ 11 ਮਹੀਨੇ ਹੋਮ ਹੁੰਦੇ ਨੂੰ ਹੋਏ, ਇੱਕ ਦਿਨ ਗੁਰੂ ਜੀ ਨੇ ਆਖਿਆ, ਪੰਡਤ ਜੀ, ਤੁਹਾਡੀ ਦੇਵੀ ਕਦੋਂ ਪ੍ਰਗਟ ਹੋਵੇਗੀ? ਪੰਡਤ ਕੇਸ਼ੋਦਾਸ ਬੋਲਿਆ, ਜੇ ਤੁਸੀਂ ਜੀਵ ਹਿੰਸਾ ਛੱਡੋ ਤਾਂ ਦੇਵੀ ਪ੍ਰਗਟ ਹੋਵੇ। ਉਸਨੇ ਸੋਚਿਆ ਸੀ ਕਿ ਗੁਰੂ ਨੇ ਸ਼ਿਕਾਰ ਖੇਲਣਾ ਨਹੀਂ ਛੱਡਣਾ, ਸਾਨੂੰ ਪੱਕਾ ਬਹਾਨਾ ਬਣਿਆ ਰਹੇਗਾ। ਗੁਰੂ ਜੀ ਨੇ ਉਸੇ ਦਿਨ ਸਭ ਸ਼ਿਕਾਰ ਛੱਡ ਦਿੱਤਾ। ਚੇਤ ਸੁਦੀ 8 ਸੰਮਤ 1755 ਨੂੰ ਜਿਹੜਾ ਦਿਨ ਦੇਵੀ ਪ੍ਰਗਟ ਹੋਣ ਦਾ ਬ੍ਰਾਹਮਣਾਂ ਨੇ ਠੀਕ ਰੱਖਿਆ ਸੀ, ਉਸ ਦਿਨ ਜਦ ਗੁਰੂ ਜੀ ਨੇ ਆਖਿਆ, ਪੰਡਿਤ ਜੀ, ਦੇਵੀ ਪ੍ਰਗਟ ਨਾ ਹੋਈ, ਤਾਂ ਪੰਡਿਤ ਜੀ ਬੋਲੇ, ਅੱਜ ਪ੍ਰਗਟ ਹੋਵੇਗੀ, ਪਰ ਪਹਿਲੇ ਕਿਸੇ ਕੁਲੀਨ ਸ਼੍ਰੇਸ਼ਟ ਪੁਰਸ਼ ਦੀ ਬਲੀ ਦੇਣੀ ਚਾਹੀਏ। ਗੁਰੂ ਜੀ ਨੇ ਬਚਨ ਕੀਤਾ, ਪੰਡਤਾ, ਅਸੀਂ ਤੈਨੂੰ ਹੀ ਹੋਮ ਦੇਵਾਂਗੇ। ਤੇਰੇ ਨਾਲੋਂ ਹੋਰ ਕੌਣ ਚੰਗਾ ਕੁਲੀਨ ਪਵਿੱਤਰ ਪੁਰਸ਼ ਲੱਭੇਗਾ? ਦੇਵੀ ਪ੍ਰਗਟ ਹੋਈ ਤੋਂ ਅਸੀਂ ਕਹਾਂਗੇ, ਸਾਡਾ ਪੰਡਿਤ ਜੀਵੇ, ਜੋ ਕੁਛ ਇਹ ਆਖੇਗਾ ਸੋ ਵਰ ਮੰਗਾਂਗੇ। ਇਹ ਕਹਿ ਕੇ ਜਦ ਗੁਰੂ ਜੀ ਨੇ ਤਲਵਾਰ ਖਿੱਚੀ ਤਾਂ ਪੰਡਿਤ ਨੇ ਭੈ ਮਾਨ ਹੋ ਕੇ ਆਖਿਆ, ਮੈਂ ਸੋਚ ਇਸ਼ਨਾਨ ਕਰ ਆਵਾਂ, ਤੁਸੀਂ ਹੋਮ ਕਰੋ। ਇਹੋ ਕਥਾ ਇਨਵਿਨ ਭਾਈ ਮਨੀ ਸਿੰਘ ਜੀ ਨੇ ਲਿਖੀ ਹੈ। ਇਸ ਪ੍ਰਸੰਗ ਤੋਂ ਆਪ ਹੀ ਵਿਦਵਾਨ ਗੁਰੂ ਜੀ ਦੇ ਆਸ਼ੇ ਦਾ ਮਤਲਬ ਕੱਢ ਸਕਦੇ ਹਨ। ਜਦ ਪੰਡਿਤ ਜੀ ਨਾ ਮੁੜੇ ਤਾਂ ਦੂਜੇ ਬ੍ਰਾਹਮਣ ਵੀ ਇਸ ਖਿਆਲ ਤੇ ਕਿ ਮਤ ਕਿਤੇ ਸਾਨੂੰ ਹੀ ਪੂਰਨ ਆਹੂਤੀ ਨਾ ਕਰ ਦੇਣ, ਡਰਦੇ ਮਾਰੇ ਸਭ ਨੱਸ ਗਏ। ਤਦ ਗੁਰੂ ਜੀ ਨੇ ਸਾਰੀ ਸਮੱਗਰੀ ਹੋਮ ਦੀ ਹਵਨ ਕੁੰਡ ਵਿੱਚ ਪਾ ਕੇ ਪੂਰਨ ਆਹੂਤੀ ਕਰ ਦਿੱਤੀ। ਉਸ ਅਤੀ ਉੱਚੇ ਟਿੱਲੇ ਉੱਤੋਂ ਦੂਰ ਦੂਰ ਤੱਕ ਚਾਨਣਾ ਨਜ਼ਰ ਆਇਆ ਤਾਂ ਲੋਕਾਂ ਨੇ ਦੇਵੀ ਪ੍ਰਗਟ ਹੋਈ ਸਮਝ ਲੀਤੀ। ਕਿਉਂਕਿ ਆਨੰਦਪੁਰੋਂ 7 ਕੋਸ ਦੀ ਉਚਾਈ ਪਰ ਇਹ ਟਿੱਲਾ ਹੈ। ਉਸੇ ਦਿਨ ਜੋ ਭੋਜ ਬ੍ਰਾਹਮਣਾਂ ਨੇ ਤਿਆਰ ਕਰਾ ਰੱਖਿਆ ਸੀ, ਉਹ ਵਰਤਾਉਣ ਲਈ ਗੁਰੂ ਜੀ ਆਨੰਦਪੁਰ ਆਏ। ਕਿਤਨੇ ਲੋਕ ਪੁੱਛਣ ਕਿ ਮਹਾਰਾਜ ਦੇਵੀ ਪ੍ਰਗਟ ਹੋਈ? ਤਾਂ ਗੁਰੂ ਜੀ ਨੇ ਤੇਗ ਬੰਨੀ ਇਸ਼ਾਰਾ ਕਰਕੇ ਆਖਿਆ, ਹਾਂ ਦੇਵੀ ਪ੍ਰਗਟ ਹੋਈ। ਇਹ ਵਚਨ ਗੁਰੂ ਕਾ ਆਪਣੀ ਬੁੱਧੀ ਅਨੁਸਾਰ ਸਭ ਨੇ ਗ੍ਰਹਿਣ ਕਰ ਲੀਤਾ। ਦੋਹਰਾ ਦੇਖੋ ਪੰਥ ਪ੍ਰਕਾਸ਼ ਦੋਵੇਂ ਇਸ ਦੇ ਨਾਲ ਮਿਲਾਏ।
ਦਿਨ ਰਾਤਰ ਦਾ ਭੇਦ ਹੈ, तीनों मैं प्रगटाए। शस्त्र विद्या ही कही, इथे देवी चाहे, हवनों प्रगट होण दी दित्ती अलख चुकाए। शस्त्र विद्या ही कही, इथे देवी चाहे, हवनों प्रगट होण दी दित्ती अलख चुकाए। आखी देवी होर जो है सब मिथ्या मीत, साची देवी यही है शस्त्र विद्या रीत। हलफ दरोग विच ਇਹ ਧਰਿਆ ਗਿਆ ਗਵਾ, ਜਿਸ ਤੇ ਇਸ ਦੇ ਕਥਨ ਦਾ ਰਿਹਾ ਨਾ ਮੂਲ ਵਿਸਾ। ਦਵਈਆ ਕਿੱਥੇ ਗਈਆਂ ਹਨ ਉਹ ਜੁਗਤਾਂ ਸਿੱਧ ਕਰਨ ਦੀ ਪਿਆਰੇ, ਰਾਮ ਕ੍ਰਿਸ਼ਨ ਦੇ ਕਿੱਥੇ ਨੱਸੇ ਹਨ ਹਵਾਲੇ ਸਾਰੇ। ਕਿੱਥੇ ਅੱਠੇ ਬਾਹਾਂ ਲੈ ਕੇ ਨੱਸ ਗਈ ਉਹ ਕਾਲੀ, ਲਾਲਾਂ ਦੀ ਮਾਲਾ ਸੀ ਜਿਸ ਦੇ ਕਰਮਾਂ ਦੋ ਸਿਰ ਵਾਲੀ। ਕਿੱਥੇ ਹਨੂਮਾਨ ਹੈ ਲੁਕਿਆ, ਦਿੱਤੀ ਜਿਥੇ ਦਿਖਾਈ, ਕਿੱਥੇ ਦੰਦ ਵੱਡੇ ਲੈ ਛਪ ਗਈ ਸੀ ਜੋ ਸ਼ਕਤੀ ਆਈ। ਕਿੱਥੇ ਬੇਟਾ ਬਲੀਦਾਨ ਅਰ ਸੰਗਤੀਏ ਦਾ ਮਾਰਨ, ਉਲਟਾ ਇਹ ਤਾਂ ਦੱਸਿਆ ਗੁਰੂ ਜੀ ਲੱਗੇ ਬੇਪ ਸੰਘਾਰਨ। ਗੁਰੂ ਦਾ ਨੇਤਰ ਮੀਟਣ ਵਾਲਾ ਕਿੱਥੇ ਸਮਾਂ ਪਿਆਰੇ, ਜਿਸ ਦਾ ਫਲ ਸੀ ਦੱਸਿਆ ਭਜ ਕੇ ਲੜਸਣ ਸਿੱਖ ਵਿਚਾਰੇ। ਕਿੱਥੇ ਚੀਚੀ ਅੰਗੁਲ ਦਾ ਹੈ ਲੋਹੂ ਕੱਢ ਚਟਾਨਾ, ਕਿੱਥੇ ਨਿੱਕੀ ਜਿਹੀ ਹੈ ਕਿ ਫਿਰ ਕਰਦਮਾਤ ਸੇ ਪਾਨਾ। ਕਿੱਥੇ ਨਾਚ ਭੂਤਨਿਆ ਕੇਰਾ, ਕਿੱਥੇ ਘੰਮਰ ਪਾਨੇ, ਤਾਂ ਤੇ ਥੇ ਸਭ ਭੁੱਲ ਭੁਣੇ ਦੇ ਗਿਆਨੀ ਰਚੇ ਬਹਾਨੇ। ਆਖਰ ਨੂੰ ਤਲਵਾਰ ਬਤਾਈ ਸੱਚੀ ਦੇਵੀ ਗਿਆਨੀ, ਅਰੇ ਉਹ ਝੂਠ ਆਪ ਹੀ ਦੱਸੀ ਜੋ ਸੀ ਅਸ਼ਟ ਭੁਜਾਨੀ। ਕਿੱਥੇ ਛਿਪਿਆ ਉਹ ਜਾਲਾ ਜੋ ਸੀ ਸਭ ਮੈਂ ਹੋਇਆ, ਅਰੇ ਉਹ ਸ਼ਬਦ ਨਾ ਸੁਣਿਆ ਮੁੜ ਕੇ ਜੋ ਸਾ ਆਖਿਰ ਢੋਇਆ। ਓਲਕ ਨੂੰ ਤਲਵਾਰ ਧਾਰ ਹੀ ਸੱਚੀ ਦੇਵੀ ਗਾਈ, ਉਹ ਚੰਡੀ ਜੋ ਲਾਟਾਂ ਵਾਲੀ ਮਨ ਤੇ ਵਿਦਾ ਕਰਾਈ। ਅਰੇ ਸਾਬਤ ਆਪ ਕਰਾ ਇਸ ਗਿਆਨੀ ਨੇ ਮੁੜ ਆਪੇ, ਅਕਾਲ ਪੁਰਖ ਤੇ ਬਿਨਾ ਪੂਜਣਾ ਸਤਿਗੁਰ ਕੋ ਨਹਿ ਜਾਪੇ। ਤਾਂ ਤੇ ਇਹ ਸਭ ਖੇਲ ਗੁਰੂ ਦਾ ਸਾ ਵਿਪਨ ਝੁਠਲਾਨਾ, ਸੋਈ ਪੂਰਾ ਕਰ ਦਿਖਲਾਇਆ ਛੱਡਿਆ ਨਾ ਬਹਾਨਾ। ਦੋਹਰਾ ਹੁਣ ਤੂੰ ਆਪੇ ਸੋਚ ਲੈ ਸੱਚ ਝੂਠ ਇਸ ਮਾਏ, ਅੱਗੇ ਤੇਰੇ ਰੱਖਿਆ ਛਵੀ ਬਾਤ ਕੁਛ ਨਾਏ। ਗਿਆਨੀ ਦੇ ਇਲ ਕਥਨ ਮੈਂ ਜੋ ਹੈ ਸੱਚਾ ਮਿਤ, ਸੋਈ ਨਾਲ ਪ੍ਰੇਮ ਦੇ ਪੜ ਲੈ ਆਪਣੇ ਚਿੱਤ। ਗਿਆਨੀ ਦੇ ਇਨ ਕਥਨ ਮੈਂ ਜੋ ਹੈ ਸੱਚਾ ਮਿਤ, ਸੋਈ ਨਾਲ ਪ੍ਰੇਮ ਦੇ ਪੜ ਲੈ ਆਪਣੇ ਚਿੱਤ। ਇਹ ਗਿਆਨੀ ਦੇ ਕਥਨ ਦਾ ਲਿਖਿਆ ਮੈਂ ਸੰਖੇਪ, ਸੱਚ ਆਖੇ ਆਖਦਿਆਂ ਇਸ ਮੈਂ ਮੈਨੂੰ ਨਾ ਕੁਛ ਲੇਪ। ਗਿਆਨ ਸਿੰਘ ਜੀ ਗਿਆਨੀ ਦੇ ਆਪਣੇ ਕਥਨ ਦਾ ਪਰਸਪਰ ਵਿਰੋਧ। ਦੋਹਰਾ ਹੋਰ ਬਾਤ ਨਾ ਛੱਡ ਦੇ ਦੇਖ ਜਰਾ ਮਨ ਸੋਧ, ਇਸ ਦੇ ਕਥਨ ਦਾ ਇਹ ਆਪਸ ਵਿੱਚ ਵਿਰੋਧ। ਭਾਵ ਇਹਨਾਂ ਸਾਰਿਆਂ ਦੇ ਕਥਨ ਦਾ ਜਦ ਅਸੀਂ ਆਪਸ ਵਿੱਚ ਮੁਕਾਬਲਾ ਕਰਦੇ ਹਾਂ ਤਦ ਇੱਕ ਦੂਜੇ ਨਾਲ ਦਿਨ ਰਾਤ ਦਾ ਫਰਕ ਪਾਉਂਦੇ ਹਨ, ਪਰੰਤੂ ਇਹਨਾਂ ਸਾਰਿਆਂ ਨੂੰ ਛੱਡ ਕੇ ਜਦ ਅਸੀਂ ਗਿਆਨੀ ਗਿਆਨ ਜੀ ਦੇ ਕਥਨ ਵੱਲ ਹੀ ਦੇਖਦੇ ਹਾਂ ਤਾਂ ਇਹਨਾਂ ਦਾ ਆਪਣਾ ਹੀ ਕਥਨ ਇੱਕ ਨਹੀਂ ਹੈ। ਪਹਿਲੇ ਪੰਥ ਪ੍ਰਕਾਸ਼ ਵਿੱਚ ਲਿਖਦੇ ਹਨ ਕਿ ਗੁਰੂ ਜੀ ਨੇ ਦੇਵੀ ਪੂਜੀ ਅਰ ਅਸ਼ਟਭੁਜੀ ਪ੍ਰਗਟ ਹੋਈ, ਜਿਸ ਪਰ ਇੱਕ ਕਰਦ ਦੇ ਕੇ ਲੋਪ ਹੋ ਗਈ। ਫਿਰ ਗੁਰੂ ਜੀ ਨੇ ਆਨੰਦਪੁਰ ਜੀ ਵਿੱਚ ਆ ਕੇ ਬ੍ਰਾਹਮਣਾਂ ਨੂੰ ਵੱਡੇ ਵੱਡੇ ਦਾਨ ਦਿੱਤੇ ਅਰ ਭੋਜਨ ਛਕਾਏ। ਫਿਰ ਦੂਜੀ ਵੇਰ ਉਸੇ ਪੰਥ ਪ੍ਰਕਾਸ਼ ਵਿੱਚ ਆਖਦੇ ਹਨ ਕਿ ਜੋ ਅਸੀਂ ਪਹਿਲੇ ਦੇਵੀ ਪੂਜਨ ਲਿਖਿਆ ਸੀ ਸਾਡੀ ਵੱਡੀ ਭੁੱਲ ਸੀ। ਗੁਰੂ ਜੀ ਨੇ ਕੋਈ ਨਹੀਂ ਪੂਜੀ, ਪਰੰਤੂ ਆਕਾਸ਼ ਵਿੱਚ ਪ੍ਰਕਾਸ਼ ਹੋਇਆ ਸੀ। ਫਿਰ ਆਕਾਸ਼ ਬਾਣੀ ਵੀ ਹੋਈ ਸੀ ਕਿ ਤੁਹਾਡਾ ਪੰਥ ਚੱਲੇਗਾ। ਇਹ ਤਾਰੀਖ ਵਿੱਚ ਆਖਦੇ ਹਨ ਕਿ ਦੇਵੀ ਕੋਈ ਪ੍ਰਗਟ ਨਹੀਂ ਹੋਈ। ਗੁਰੂ ਜੀ ਨੇ ਜਦ ਬ੍ਰਾਹਮਣ ਦਾ ਸਿਰ ਕੱਟ ਕੇ ਬਲਿਦਾਨ ਦੇਣਾ ਆਖਿਆ ਤਦ ਉਹ ਸੁਚੇਤੇ ਹੋਣ ਦੇ ਬਹਾਨੇ ਨੱਸ ਗਿਆ ਔਰ ਹੋਰ ਵੀ ਬ੍ਰਾਹਮਣ ਉਸ ਦਾ ਹਾਲ ਮਾਲੂਮ ਕਰਕੇ ਡਰਦੇ ਨੱਸ ਗਏ। ਤਦ ਗੁਰੂ ਜੀ ਨੇ ਇੱਕੋ ਵੇਰ ਸਾਰੀ ਸਮੱਗਰੀ ਹਵਨ ਦੀ ਅਗਨ ਕੁੰਡ ਵਿੱਚ ਗੇਰ ਦਿੱਤੀ, ਜਿਸ ਪਰ ਇੱਕ ਵੱਡੀ ਲਾੜ ਨਿਕਲੀ ਜਿਸ ਨੂੰ ਲੋਕਾਂ ਨੇ ਦੇਵੀ ਮੰਨ ਲੀਤਾ। ਔਰ ਗੁਰੂ ਜੀ ਹੱਥ ਵਿੱਚ
ਤਲਵਾਰ ਲੈ ਕੇ ਹਵਨ ਕੁੰਡ ਤੇ ਬਾਹਰ ਆਏ। ਤਦ ਲੋਕਾਂ ਨੇ ਪੁੱਛਿਆ ਕਿ ਮਹਾਰਾਜ ਦੇਵੀ ਪ੍ਰਗਟ ਹੋਈ, ਜਿਸ ਪਰ ਗੁਰੂ ਜੀ ਨੇ ਤਲਵਾਰ ਵੱਲ ਇਸ਼ਾਰਾ ਕਰਕੇ ਕਿਹਾ ਕਿ ਹਾਂ। ਇਸ ਪਰ ਕਈਆਂ ਨੇ ਮੂਰਖਤਾ ਕਰਕੇ ਇਹ ਜਾਣ ਲਿੱਤਾ ਕਿ ਦੇਵੀ ਨੇ ਪ੍ਰਗਟ ਹੋ ਕੇ ਇਹ ਤਲਵਾਰ ਦਿੱਤੀ ਹੈ, ਔਰ ਕਈ ਸਮਝ ਗਏ ਕਿ ਗੁਰੂ ਜੀ ਸੱਚੀ ਦੇਵੀ ਤਲਵਾਰ ਨੂੰ ਹੀ ਜਾਣਦੇ ਹਨ। ਔਰ ਬ੍ਰਾਹਮਣ ਡਰਦੇ ਭੋਜਨ ਛਕਣ ਦੀ ਵੀ ਨਾ ਆਏ, ਔਰ ਗੁਰੂ ਜੀ ਨੇ ਵੀ ਉਹਨਾਂ ਦਾ ਨਿਰਾਦਰ ਕਰਕੇ ਕੱਢ ਦਿੱਤਾ। ਇਸ ਵਾਸਤੇ ਗੁਰੂ ਜੀ ਨੇ ਕੋਈ ਦੇਵੀ ਨਹੀਂ ਪੂਜੀ। ਪਹਿਲੇ ਪੰਥ ਪ੍ਰਕਾਸ਼ ਵਿੱਚ ਲਿਖਦੇ ਹਨ ਕਿ ਗੁਰੂ ਜੀ ਨੇ ਵੱਡੇ ਦਾਨ ਦੇ ਕੇ ਭੋਜਨ ਛਕਾ ਕੇ ਪ੍ਰਸੰਨ ਕਰਕੇ ਬ੍ਰਾਹਮਣਾਂ ਨੂੰ ਤੋਰਿਆ, ਅਤੇ ਦੂਜੀ ਵੇਰ ਲਿਖਦੇ ਹਨ ਕਿ ਉਹ ਨਿਰਾਦਰ ਕਰਕੇ ਕੱਢੇ। ਗਿਆਨੀ ਸਾਹਿਬ ਦੇ ਇਹਨਾਂ ਸਾਰੇ ਕਥਨਾਂ ਤੇ ਸੋਚ ਸਕੀਦਾ ਹੈ ਕਿ ਕਿਤਨਾ ਪਰਸਪਰ ਵਿਰੋਧ ਹੈ, ਪਰੰਤੂ ਅੰਤ ਨੂੰ ਇਹੋ ਕਰਨਾ ਪੈਂਦਾ ਹੈ ਜਾਂ ਕਹਿਣਾ ਪੈਂਦਾ ਹੈ ਕਿ ਪੰਥ ਪ੍ਰਕਾਸ਼ ਵਿੱਚ ਜੋ ਪੂਜਨਾ ਅਰ ਪ੍ਰਗਟ ਹੋਣਾ ਦੱਸਿਆ ਹੈ, ਸੋ ਤਾਂ ਉਹਨਾਂ ਦੇ ਅਗਿਆਨ ਕਾਲ ਦਾ ਕੰਮ ਹੈ, ਜੈਸਾ ਕਿ ਉਹ ਆਪ ਮੰਨਦੇ ਹਨ। ਔਰ ਜੋ ਦੂਜੀ ਵੇਰ ਪੰਥ ਪ੍ਰਕਾਸ਼ ਵਿੱਚ ਲਿਖਿਆ ਹੈ ਕਿ ਦੇਵੀ ਨਹੀਂ ਪ੍ਰਗਟੀ ਪਰ ਆਕਾਸ਼ ਵਿੱਚ ਪ੍ਰਕਾਸ਼ ਹੋਇਆ ਸੀ, ਔਰ ਆਵਾਜ਼ ਆਈ ਸੀ ਕਿ ਤੇਰਾ ਪੰਥ ਚੱਲੇਗਾ, ਸੋ ਇਹ ਉਹਨਾਂ ਦੀ ਸੁਪਨ ਅਵਸਥਾ ਦਾ ਕਥਨ ਹੈ, ਕਿੰਤੂ ਪੂਰੇ ਗਿਆਨ ਜਾਗਣੀ ਦਾ ਨਹੀਂ ਹੈ। ਦੋਹਰਾ, ਫਿਰ ਜਦ ਹੋਇਆ ਗਿਆਨ ਕੁਛ ਗੁਰ ਦੀ ਕਿਰਪਾ ਨਾਲ, ਤਦ ਗਿਆਨੀ ਨੂੰ ਧਰਮ ਦਾ ਆਇਆ ਹਿਰਦੇ ਖਿਆਲ, ਜਿਸ ਦੇ ਵਿੱਚ ਤਾਰੀਖ ਦੇ ਲਿਖਿਆ ਹੋਏ ਨਿਸੰਗ, ਨਾ ਗੁਰੂ ਰਚਿਆ ਪੰਥ ਇਹ ਦੁਰਗਾ ਤੇ ਵਰ ਮੰਗ। ਸ਼ੁੱਧ ਗਿਆਨ ਪੁੰਨ ਅਜੇ ਵੀ ਹੋਇਆ ਨਹੀਂ ਠੀਕ, ਕੇਵਲ ਪਹਿਲੇ ਲੇਖ ਪਰ ਫੇਰਨ ਸਿੱਖੀ ਲੀਕ। ਭਾਵ ਇਸੇ ਤਰ੍ਹਾਂ ਜੇ ਅੱਜ ਭਾਈ ਸੁੱਖਾ ਸਿੰਘ ਜੀ ਔਰ ਭਾਈ ਸੰਤੋਖ ਸਿੰਘ ਜੀ ਵੀ ਇਸ ਸੰਸਾਰ ਪਰ ਹੁੰਦੇ ਤਾਂ ਜ਼ਰੂਰ ਜੋ ਉਹ ਵੀ ਆਪਣੇ ਹੱਥੀਂ ਇਸ ਪਖੰਡ ਦਾ ਖੰਡਨ ਕਰ ਦਿੰਦੇ, ਕਿੰਤੂ ਸ਼ੱਕ ਹੈ ਕਿ ਸਰੀਰ ਕਦੇ ਵੀ ਕਿਸੇ ਦੇ ਨਿਤ ਨਾ ਰਹਿਣੇ ਕਰਕੇ ਉਹ ਅੱਜ ਨਹੀਂ ਹਨ। ਨਾ ਕਿੰਤੂ ਸ਼ੋਕ ਹੈ ਕਿ ਸਰੀਰ ਕਦੇ ਵੀ ਕਿਸੇ ਦੇ ਨਿਤ ਨਾ ਰਹਿਣੇ ਕਰਕੇ ਉਹ ਅੱਜ ਨਹੀਂ ਹਨ, ਪਰੰਤੂ ਸ੍ਰੀ ਯੁੱਤ ਬਾਵਾ ਸੁਮੇਰ ਜੀ ਜੋ ਗੁਰੂ ਜੀ ਦੀ ਕਿਰਪਾ ਦੇ ਤੇ ਅੱਜ ਕੱਲ੍ਹ ਪਟਨੇ ਸਾਹਿਬ ਦੇ ਤਖਤ ਦੇ ਮਹੰਤ ਹਨ, ਸੋ ਜ਼ਰੂਰ ਆਪਣੇ ਪੁਸਤਕ ਨੂੰ ਫਿਰ ਸੋਧਣਗੇ, ਔਰ ਇਹ ਦੇਵੀ ਵਾਲਾ ਪ੍ਰਸੰਗ ਸੰਤ ਗਿਆਨ ਸਿੰਘ ਦੀ ਵਾਂਗ ਠੀਕ ਕਰਨਗੇ। ਦੋਹਰਾ, ਕਰ ਸੰਖੇਪ ਸੁਨਾਇਆ ਮੈਂ ਸਭਨਾ ਦਾ ਹਾਲ, ਇਸ ਮੈਂ ਜੋ ਕੁਛ ਤਤ ਹੈ ਲੈ ਸਨ ਸੁਧੀ ਨਿਕਾਲ। ਜਿਉਂ ਦੁੱਧ ਵਿੱਚੋਂ ਰਿੜਕ ਕੇ ਮੱਖਣ ਲੈਣ ਸੁਜਾਨ, ਤਿਉ ਮੇਰੇ ਇਸ ਕਥਨ ਤੋਂ ਲੈਸਣ ਸਤ ਮਹਾਨ। ਇਨ ਕਵੀਨ ਕੇ ਕਥਨ ਤੇ ਸਿੱਧ ਨ ਦੁਰਗਾ ਹੇਤ, ਉਲਟਾ ਇਨਕੇ ਪੜਨ ਤੇ ਗੁਰਮਤ ਜਨ ਕੋ ਲੇਤ। इन कवियन के कथन ते सेदन दुर्गा हेत, उनका उल्टा इनके पढ़न ते गोरमत जन खोलेत। ताते गुरमत में नहीं किसी देव की सेव, केवल एक अकाल की धरी टेक सुख देव। प्रसंग अकाल पुरख का धन्यवाद। दवैया पर अकाल का धन्यवाद है करना चाहिए सानू, जिसने ऐसे कमियां कोलों लिया बचाए तुहानू। जिसते कलम उन्हां दी कोलों इतना ही लिखवाया, दुर्गा पूजन करके गुर ने तीजा पंथ उपाया। वड्डी दौड़ उन्हां ही कीती हवन यज्ञ लिख सारे, हनुमान दी कछनी पर भी खुश हो बहे विचारे। जे लिख देंदे विच ग्रंथां जद गुर हवन कराए, सब सिखां गल अट्टे पाके छैने खूब बजाए। शब्दां दी ओ जगह बैठ के सारे भेटां गाउण, मत्थे उपर हरंग संधूरी लाके सीस नवाउण। तिलक जनेऊ पहन करन इनकी रखिया करनी, प्रगट होके जन्नू चोटी लख ला तू शरणी।
ਹੱਥ ਵਿੱਚ ਲੋਹੇ ਦੇ ਮਨ ਖੁੰਡੇ, ਧੋਤੀ ਤਿਲਕ ਸਜਾਏ, ਸ੍ਰੀ ਸਤਿਗੁਰ ਦੇ ਸਨਮੁਖ ਸਾਰੇ ਦੁਰਗਾ ਭਗਤ ਕਹਾਏ। ਕੇਸ਼ੋ ਦਾਸ ਜਹੇ ਸਭ ਪੰਡਤ, ਜੋ ਜੋ ਮਤਾ ਪਕਾਉਣ, ਸੋਈ ਸਤਿਗੁਰ ਮੋਦ ਧਾਰ, ਮਨ ਸਿੱਖਾਂ ਤੇ ਕਰਵਾਉਣ। ਜਾਦ ਤੁਨ ਵੇਦਾਂ ਦੀ ਨੇ ਉਥੇ ਸੀ ਪੜਨੀ ਝੜ ਲਾਹੀ, ਅਰਜਨ ਹਵਨ ਕੁੰਡ ਤੇ ਉੱਠੀ, ਜੋਤੀ ਅਦਕ ਸਵਾਈ। ਤਦ ਪ੍ਰਸੰਨ ਹੋਏ ਜਗ ਮਾਤਾ ਪ੍ਰਗਟ ਹੋਏ ਖਲੋਈ, ਆਖਣ ਲੱਗੀ ਮਨਸ਼ਾ ਤੁਮਰੀ ਸਾਰੀ ਪੂਰਨ ਹੋਈ। ਜਿਸ ਨੂੰ ਦੇਖਤ ਸਭਨਾ ਉਥੇ ਝੁਕ ਝੁਕ ਸੀਸ ਨਵਾਏ, ਜੈ ਜੈ ਸੂਹੇ ਚੋਲਿਆਂ ਵਾਲੀ ਕਹਿ ਕੇ ਸ਼ਬਦ ਸੁਨਾਏ। ਫਿਰ ਸਤਿਗੁਰੂ ਅਰ ਚਾਰੇ ਪੰਡਤ ਅੱਗੇ ਹੋਏ ਖਲੋਏ, ਝੋਟੇ ਅਤੇ ਬੱਕਰੇ ਉਸ ਦੀ ਭੇਟਾ ਅੱਗੇ ਢੋਏ। ਸੋ ਇਸ ਭਾਗ ਲਈ ਇਹਨਾਂ ਦੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।